ਵੈਲਕਮ ਆਲ ਔਨ ਆਰ YouTube ਚੈਨਲ। ਤਾਂ ਸਾਥੀਓ, ਆਪਾਂ ਇੱਕ ਵਿਆਕਰਣ ਸੀਰੀਜ਼ ਕੀਤੀ ਹੋਈ ਸੀ ਸ਼ੁਰੂ ਪੰਜਾਬੀ ਦੀ, ਔਰ ਇਸ ਸੀਰੀਜ਼ ਦੇ ਵਿੱਚ ਆਪਾਂ ਧੁਨੀ ਬੋਧ ਜਿਹੜਾ ਉਹ ਕਰ ਚੁੱਕੇ ਸੀਗੇ। ਜਿਹੜੇ ਸਾਥੀ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਸਿਰ ਤੁਹਾਡੇ ਤੱਕ ਆ ਸਕੇ ਔਰ ਤੁਸੀਂ ਆਪਣੀ ਤਿਆਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਕਰ ਸਕੋ। ਤਾਂ ਜਿਹੜੀ ਇਹ ਵੀਡੀਓ ਹੈ ਪੰਜਾਬੀ ਵਿਆਕਰਣ ਦਾ, ਆਪਾਂ ਅੱਜ ਸ਼ਬਦ ਬੋਧ ਕਰਾਂਗੇ। ਧੁਨੀ ਬੋਧ ਆਪਾਂ ਕਰ ਚੁੱਕੇ ਹਾਂ ਪਹਿਲਾਂ, ਔਰ ਜਿਹੜੇ ਸਾਥੀਆਂ ਨੇ ਧੁਨੀ ਬੋਧ ਦੀਆਂ ਵੀਡੀਓਜ਼ ਨਹੀਂ ਲਾਈਆਂ ਉਹਨਾਂ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ, ਤਾਂ ਤੁਸੀਂ ਉੱਥੋਂ ਜਿਹੜੀਆਂ ਧੁਨੀ ਬੋਧ ਦੀਆਂ ਆਪਣੀਆਂ ਵੀਡੀਓ ਜਿਹੜੀਆਂ ਲਗਾ ਸਕਦੇ ਹੋ। ਔਰ ਇਹ ਵੀਡੀਓ ਜਿਹੜੀ ਹੈਗੀ ਹੈ ਪੰਜਾਬੀ ਗ੍ਰਾਮਰ ਦੀ ਹੈ, ਔਰ ਜਿਹੜੇ ਸਾਥੀ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਵਾਸਤੇ ਇਹ ਵੀਡੀਓ ਜਿਹੜੀ ਬੈਨੀਫੀਸ਼ੀਅਲ ਹੈ। ਸਪੈਸ਼ਲੀ ETT ਸੈਕਿੰਡ ਪੇਪਰ ਦਾ ਜਿਹੜਾ ਸਿਲੇਬਸ ਹੈ ਉਹਦੀ ਤਿਆਰੀ ਮੈਂ ਕਰਵਾ ਰਿਹਾ। ETT ਦੀਆਂ ਜਿਹੜੀਆਂ 59-94 ਪੋਸਟਾਂ ਆਈਆਂ ਨੇ, ਤਾਂ ਉਹਨਾਂ ਵਾਸਤੇ ਜਿਹੜੀ ਇਹ ਵੀਡੀਓ ਹੈ ਉਹਨਾਂ ਦੇ ਸਿਲੇਬਸ ਦੇ ਵਿੱਚੋਂ ਲਈ ਗਈ ਹੈ। ਤਾਂ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਸ਼ਬਦ ਬੋਧ। ਸ਼ਬਦ ਬੋਧ ਬਾਰੇ ਆਪਾਂ ਡਿਸਕਸ ਕਰਦੇ ਹਾਂ ਡਿਟੇਲ ਦੇ ਵਿੱਚ। ਵਿਆਕਰਣ ਦੇ ਆਪਣੇ ਕੋਲ 4 ਭਾਗ ਹੁੰਦੇ ਆ: ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਤੇ ਵਾਕ ਬੋਧ। ਇਹ ਤੁਹਾਨੂੰ ਪੇਪਰ ਦੇ ਵਿੱਚ ਇਹ ਕੁਐਸਚਨ ਵੀ ਆ ਸਕਦਾ ਕਿ ਵਿਆਕਰਣ ਦੇ ਕੁੱਲ ਕਿੰਨੇ ਭਾਗ ਹੁੰਦੇ ਨੇ। ਤਾਂ ਆਪਸ਼ਨਸ ਦੇ ਵਿੱਚ ਤੁਹਾਡੇ ਕੋਲ 4 ਆਪਸ਼ਨਸ ਆਉਣਗੀਆਂ, ਤਾਂ ਉਹਦੇ ਵਿੱਚ ਤੁਸੀਂ ਟਿਕ ਕਰਨਾ ਹੈ ਕਿ 4 ਭਾਗ ਹੈ ਜਿਹੜੇ ਉਹ ਵਿਆਕਰਣ ਦੇ ਹੁੰਦੇ ਨੇ। ਤਾਂ ਉਸ ਤੋਂ ਅੱਗੇ ਆਪਾਂ ਦੇਖੋ ਡਿਸਕਸ ਕਰਦੇ ਹਾਂ। ਅੱਜ ਆਪਾਂ ਸੈਕਿੰਡ ਭਾਗ ਹੈ ਜਿਹੜਾ ਸ਼ਬਦ ਬੋਧ, ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ। ਤਾਂ ਸ਼ਬਦ ਬੋਧ ਦੇ ਵਿੱਚ ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ। ਦੇਖੋ ਸਾਥੀਓ, ਸਭ ਤੋਂ ਛੋਟੀ ਜਿਹੜੀ ਸੁਤੰਤਰ ਇਕਾਈ ਹੈ ਉਹ ਸ਼ਬਦ ਹੈ। ਵੈਸੇ ਛੋਟੀ ਤੋਂ ਛੋਟੀ ਇਕਾਈ ਜਿਹੜੀ ਧੁਨੀ ਹੁੰਦੀ ਹੈ, ਬਟ ਜਿਹੜੀ ਸੁਤੰਤਰ ਛੋਟੀ ਤੋਂ ਛੋਟੀ ਇਕਾਈ ਹੈ ਜਿਹੜੀ ਵਿਆਕਰਣ ਦੀ, ਉਹ ਕੀ ਹੈ? ਸ਼ਬਦ ਹੈ। ਸ਼ਬਦ ਬੋਧ ਦੀ ਅੱਗੇ ਆਪਾਂ ਡੈਫੀਨੇਸ਼ਨ ਕਰਦੇ ਹਾਂ। ਥੋੜਾ ਜਿਹਾ ਆਪਾਂ ਜ਼ੂਮ ਕਰ ਲੈਂਦੇ ਹਾਂ। ਆਈ ਥਿੰਕ ਮੈਨੂੰ ਥੋੜਾ ਜਿਹਾ ਲੱਗ ਰਿਹਾ ਵੀ ਅੱਖਰ ਹੈ ਜਿਹੜੇ ਛੋਟੇ ਦਿਸ ਰਹੇ ਨੇ। ਤਾਂ ਦੇਖੋ, ਸ਼ਬਦ ਬੋਧ ਦੀ ਡੈਫੀਨੇਸ਼ਨ ਹੈ ਸਾਡੇ ਕੋਲ: ਵਿਆਕਰਣ ਦਾ ਉਹ ਭਾਗ ਜੋ ਸ਼ਬਦ ਭੇਦਾਂ ਬਾਰੇ ਜਾਣਕਾਰੀ ਦੇਵੇ ਉਸ ਨੂੰ ਕੀ ਕਹਿੰਦੇ ਆ? ਸ਼ਬਦ ਬੋਧ ਕਹਿੰਦੇ ਆ। ਅੱਖਰਾਂ ਦੇ ਉਸ ਇਕੱਠ ਨੂੰ ਸ਼ਬਦ ਆਖਦੇ ਹਨ ਜਿਸ ਰਾਹੀਂ ਕਿਸੇ ਮਨੁੱਖ, ਵਸਤੂ ਜਾਂ ਭਾਵ ਆਦਿ ਦਾ ਅਰਥ ਜਿਹੜਾ ਉਹ ਪ੍ਰਗਟ ਹੋਵੇ। ਤਾਂ ਉਸ ਤੋਂ ਅੱਗੇ ਦੇਖੋ ਅਗਲਾ ਜਿਹੜਾ ਆਪਣਾ ਕਨਸੈਪਟ, ਕਿ ਸ਼ਬਦ ਧੁਨੀਆਂ, ਲਗਾਂ, ਲਗਾਖਰਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ। ਜਿਵੇਂ ਕੱਕਾ ਲੱਲਾ ਮੰਮਾ ਕੀ ਬਣ ਗਿਆ? ਕਲਮ ਸ਼ਬਦ ਬਣ ਗਿਆ। ਤਾਂ ਇਸ ਤਰ੍ਹਾਂ ਜਿਵੇਂ ਆਪਾਂ ਇੱਕ ਸ਼ਬਦ ਲਿਖਦੇ ਹਾਂ ਅਸੀਂ, ਅਸੀਂ ਸ਼ਬਦ ਦੇ ਵਿੱਚ ਅਸੀਂ ਵਰਤੋਂ ਕੀਤੀ ਕਿਹਦੀ? ਧੁਨੀਆਂ ਦੀ ਵਰਤੋਂ ਕੀਤੀ, ਐੜਾ ਤੇ ਸੱਸਾ। ਲਗ ਹੈ ਜਿਹੜੀ ਉਹ ਅਸੀਂ ਬਿਹਾਰੀ ਯੂਜ਼ ਕੀਤੀ, ਤੇ ਲਗਾਖਰ ਹੈ ਜਿਹੜਾ ਅਸੀਂ ਬਿੰਦੀ ਯੂਜ਼ ਕੀਤਾ। ਤਾਂ ਮੂਲ ਰੂਪ ਵਿੱਚ ਅਰਥ ਪੱਖੋਂ ਸ਼ਬਦ 2 ਪ੍ਰਕਾਰ ਦੇ ਹੁੰਦੇ ਆ। ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ? 2 ਪ੍ਰਕਾਰ ਦੇ। ਇੱਕ ਹੁੰਦੇ ਆ ਸਾਡੇ ਕੋਲ ਸਾਰਥਕ ਸ਼ਬਦ, ਔਰ ਇੱਕ ਹੁੰਦੇ ਆ ਸਾਡੇ ਕੋਲ ਨਿਰਾਰਥਕ ਸ਼ਬਦ। ਹੁਣ ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਆ ਸਕਦਾ ਕਿ ਅਰਥ ਪੱਖੋਂ ਸ਼ਬਦ ਦੇ ਕਿੰਨੇ ਭੇਦ ਹੁੰਦੇ ਨੇ। ਤਾਂ ਅਰਥ ਪੱਖੋਂ ਸ਼ਬਦ ਦੇ ਕਿੰਨੇ ਭੇਦ ਹੁੰਦੇ ਨੇ? 2 ਭੇਦ: ਸਾਰਥਕ ਸ਼ਬਦ, ਨਿਰਾਰਥਕ ਸ਼ਬਦ। ਤਾਂ ਉਸ ਤੋਂ ਅੱਗੇ ਦੇਖਦੇ ਹਾਂ ਆਪਾਂ ਅੱਗੇ ਸਾਥੀਓ ਸਾਰਥਕ ਸ਼ਬਦ। ਆਪਾਂ ਸਾਰਥਕ ਸ਼ਬਦ ਨੂੰ ਥੋੜਾ ਜਿਹਾ ਡਿਟੇਲ ਵਿੱਚ ਕਰਦੇ ਹਾਂ। ਤਾਂ ਸਾਰਥਕ ਸ਼ਬਦ ਕੀ ਹੁੰਦੇ ਆ? ਸਾਰਥਕ ਸ਼ਬਦ ਉਹ ਸ਼ਬਦ ਹਨ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ ਅਤੇ ਜਿਨ੍ਹਾਂ ਸ਼ਬਦਾਂ ਰਾਹੀਂ ਕਿਸੇ ਮਨੁੱਖ, ਰੋਟੀ, ਪਾਣੀ, ਵਸਤੂ ਜਾਂ ਕੰਮ ਵੱਲ ਸੰਕੇਤ ਕੀਤਾ ਗਿਆ ਹੁੰਦਾ। ਮਤਲਬ ਕਿ ਸਾਰਥਕ ਸ਼ਬਦ ਜਿਹੜੇ ਉਹ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਕੋਈ ਖਾਸ ਅਰਥ ਹੋਵੇ। ਸਾਰਥਕ ਸ਼ਬਦ ਜਿਹੜੇ ਪ੍ਰਯੋਗ ਦੇ ਆਧਾਰ ਤੇ 8 ਪ੍ਰਕਾਰ ਦੇ ਹੁੰਦੇ ਆ। ਕਿੰਨੇ ਪ੍ਰਕਾਰ ਦੇ ਹੁੰਦੇ ਨੇ? 8 ਪ੍ਰਕਾਰ ਦੇ। ਨੰਬਰ 1 ਤੇ ਨਾਮ, ਨੰਬਰ 2 ਤੇ ਪੜਨਾਮ, ਨੰਬਰ 3 ਤੇ ਵਿਸ਼ੇਸ਼ਣ, ਨੰਬਰ 4 ਕਿਰਿਆ, ਨੰਬਰ 5 ਕਿਰਿਆ ਵਿਸ਼ੇਸ਼ਣ, ਨੰਬਰ 6 ਸੰਬੰਧਕ, ਨੰਬਰ 7 ਯੋਜਕ, ਨੰਬਰ 8 ਵਿਸਮਿਕ। ਤਾਂ ਜਿਹੜੇ ਪ੍ਰਯੋਗ ਦੇ ਆਧਾਰ ਤੇ ਸ਼ਬਦਾਂ ਦੀ ਵੰਡ ਹੈ ਜਿਹੜੀ ਉਹ 8 ਪ੍ਰਕਾਰ ਦੀ ਹੁੰਦੀ ਹੈ, ਜਿਹੜੇ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਹੈ। ਤਾਂ ਸਾਥੀਓ ਇਸ ਤੋਂ ਅੱਗੇ ਨਿਰਾਰਥਕ ਸ਼ਬਦ। ਨਿਰਾਰਥਕ ਸ਼ਬਦ ਕੀ ਹੁੰਦੇ ਨੇ? ਹੁਣ ਨਿਰਾਰਥਕ ਸ਼ਬਦ ਹੁੰਦੇ ਨੇ ਉਹ ਸ਼ਬਦ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ, ਜਿਨ੍ਹਾਂ ਦਾ ਕੋਈ ਆਪਣਾ ਅਰਥ ਨਹੀਂ ਹੁੰਦਾ, ਪਰ ਸਾਰਥਕ ਸ਼ਬਦਾਂ ਨਾਲ ਆ ਕੇ ਉਹਨਾਂ ਦੇ ਅਰਥ ਦਾ ਵਿਸਥਾਰ ਕਰਦੇ ਨੇ। ਜਿਵੇਂ ਪਾਣੀ ਧਾਣੀ, ਰੋਟੀ ਰਾਟੀ, ਕੱਪੜਾ ਕੁੱਪੜਾ, ਇਹ ਵਿੱਚ ਜੋੜਨੀ ਹੀ ਲੱਗੇਗੀ, ਤੇ ਨਹੀਂ ਲੱਗਣਾ। ਚਾਹ ਚੂ, ਖਾਂਦੇ ਖੁੰਦੇ। ਤਾਂ ਹੁਣ ਜਿਹੜੇ ਇਹਦੇ ਵਿੱਚ ਧਾਣੀ ਸ਼ਬਦ ਹੈ, ਰਾਟੀ ਸ਼ਬਦ ਹੈ, ਕੁੱਪੜਾ ਸ਼ਬਦ ਹੈ, ਚੂ ਸ਼ਬਦ ਹੈ, ਖੁੰਦੇ ਸ਼ਬਦ ਹੈ, ਇਹ ਨਿਰਾਰਥਕ ਸ਼ਬਦ ਨੇ ਸਾਡੇ ਕੋਲ। ਤਾਂ ਜਿਹੜੇ ਨਿਰਾਰਥਕ ਸ਼ਬਦ ਹੁੰਦੇ ਨੇ ਉਹ ਆਮ ਬੋਲ ਚਾਲ ਦੀ ਜਿਹੜੀ ਭਾਸ਼ਾ ਦੇ ਸ਼ਬਦ ਹੁੰਦੇ ਨੇ। ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ। ਤਾਂ ਉਸ ਤੋਂ ਅੱਗੇ ਜਿਹੜੀ ਸ਼ਬਦਾਂ ਦੀ ਵੰਡ ਹੈ ਉਹ ਵਿਉਂਤਪਤੀ ਦੇ ਆਧਾਰ ਦੇ ਉੱਪਰ ਹੈ।
ਵਿਉਂਤਪਤੀ ਦੇ ਆਧਾਰ ਦੇ ਉੱਪਰ ਸ਼ਬਦਾਂ ਦੀ ਵੰਡ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਵਿਉਂਤਪਤੀ ਦੇ ਆਧਾਰ ਤੇ ਕਿਸੇ ਬੋਲੀ ਜਾਂਦੀ ਬੋਲੀ ਵਿੱਚ ਵਰਤੇ ਜਾਂਦੇ ਮੁੱਖ ਤੌਰ ਤੇ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਹੁੰਦੇ ਆ ਮੂਲ ਸ਼ਬਦ ਤੇ ਇੱਕ ਹੁੰਦੇ ਆ ਰਚਿਤ ਸ਼ਬਦ। ਹੁਣ ਸਭ ਤੋਂ ਪਹਿਲਾਂ ਆਪਾਂ ਮੂਲ ਸ਼ਬਦ ਦੀ ਡੈਫੀਨੇਸ਼ਨ ਦੇਖਦੇ ਹਾਂ। ਜੋ ਸ਼ਬਦ ਕਿਸੇ ਹੋਰ ਸ਼ਬਦਾਂ ਤੋਂ ਨਾ ਬਣਨ ਉਹ ਮੂਲ ਸ਼ਬਦ ਅਖਵਾਉਂਦੇ ਨੇ। ਜਿਹੜੇ ਸ਼ਬਦ ਖੁਦ ਸੰਪੂਰਨ ਹੋਣ ਆਪਣੇ ਆਪ ਵਿੱਚ, ਕਿਸੇ ਹੋਰ ਸ਼ਬਦ ਤੋਂ ਨਾ ਬਣਨ, ਜਿਵੇਂ ਖਾ, ਰੋਗ, ਘਰ, ਪੜ੍ਹ ਆਦਿ। ਤਾਂ ਇਹ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋਊਗਾ ਜਦੋਂ ਆਪਾਂ ਰਚਿਤ ਸ਼ਬਦਾਂ ਬਾਰੇ ਡਿਸਕਸ ਕਰਾਂਗੇ। ਤਾਂ ਰਚਿਤ ਸ਼ਬਦ ਕਿਹੜੇ ਹੁੰਦੇ ਨੇ? ਕਹਿੰਦੇ ਜੋ ਸ਼ਬਦ ਕਿਸੇ ਹੋਰ ਸ਼ਬਦ ਦੀ ਸਹਾਇਤਾ ਤੋਂ ਰਚੇ ਜਾਣ ਉਹਨਾਂ ਨੂੰ ਰਚਿਤ ਸ਼ਬਦ ਕਹਿੰਦੇ ਨੇ। ਦੇਖੋ ਡੈਫੀਨੇਸ਼ਨ ਪੜ੍ਹ ਕੇ ਹੀ ਸਾਨੂੰ ਕਲੀਅਰ ਹੋ ਗਿਆ। ਜਿਵੇਂ ਖਾ ਇੱਕ ਮੂਲ ਸ਼ਬਦ ਹੈ ਤਾਂ ਉਹਦੇ ਤੋਂ ਅਸੀਂ ਕੀ ਬਣਾ ਦਿੱਤਾ? ਖਾਓ। ਖਾਓ ਕੀ ਬਣ ਗਿਆ ਸਾਡਾ? ਰਚਿਤ ਸ਼ਬਦ। ਖਾਦਾ, ਖਾਵਾਂਗੇ। ਰੋਗ ਤੋਂ ਕੀ ਬਣ ਗਿਆ? ਰੋਗੀ। ਤਾਂ ਇਸ ਤਰ੍ਹਾਂ ਜਿਹੜੇ ਰਚਿਤ ਸ਼ਬਦ ਬਣ ਜਾਂਦੇ ਨੇ। ਘਰ ਤੋਂ ਬੇਘਰ ਬਣ ਗਿਆ, ਅਰੋਗ ਤੋਂ ਅਰੋਗਤਾ ਬਣ ਗਿਆ। ਹੁਣ ਜਿਵੇਂ ਸਾਡੇ ਕੋਲ ਇੱਕ ਸ਼ਬਦ ਹੈ ਪੜ੍ਹ। ਪੜ੍ਹ ਤੋਂ ਕਿਹੜੇ ਕਿਹੜੇ ਸ਼ਬਦ ਅਸੀਂ ਬਣਾ ਸਕਦੇ ਹਾਂ? ਪੜ੍ਹਨਾ, ਪੜ੍ਹਾਓ, ਪੜ੍ਹਾਈ, ਅਨਪੜ੍ਹ, ਪੜ੍ਹਾਉਣਾ, ਪੜ੍ਹਿਆ। ਇਹ ਸਾਰੇ ਰਚਿਤ ਸ਼ਬਦ ਬਣ ਗਏ ਤੋਂ। ਤਾਂ ਸਾਡਾ ਮੂਲ ਸ਼ਬਦ ਕੀ ਹੈ? ਪੜ੍ਹ। ਤਾਂ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਸਮਝ ਆ ਗਈ ਹੋਏਗੀ ਕਿ ਵਿਉਂਤਪਤੀ ਦੇ ਆਧਾਰ ਦੇ ਉੱਪਰ ਸ਼ਬਦ ਜਿਹੜੇ ਹੁੰਦੇ ਆ ਉਹ ਦੋ ਪ੍ਰਕਾਰ ਦੇ ਹੁੰਦੇ ਆ। ਉਸ ਤੋਂ ਬਾਅਦ ਅੱਗੇ ਆਪਾਂ ਕਰਦੇ ਹਾਂ ਫਰਦਰ ਡਿਵਾਈਡੇਸ਼ਨ। ਜਿਹੜੇ ਰਚਿਤ ਸ਼ਬਦ ਨੇ, ਮੂਲ ਸ਼ਬਦਾਂ ਬਾਰੇ ਹੋ ਗਿਆ, ਬਟ ਜਿਹੜੇ ਰਚਿਤ ਸ਼ਬਦ ਨੇ ਉਹ ਅੱਗੇ ਫਰਦਰ ਫਿਰ ਡਿਵਾਈਡ ਨੇ ਦੋ ਹਿੱਸਿਆਂ ਵਿੱਚ। ਕਿਹੜੇ ਕਿਹੜੇ? ਨੰਬਰ 1 ਤੇ ਸਮਾਸੀ ਸ਼ਬਦ, ਨੰਬਰ 2 ਤੇ ਉਤਪੰਨ ਸ਼ਬਦ। ਤਾਂ ਹੁਣ ਆਪਾਂ ਦੇਖਦੇ ਹਾਂ ਕਿ ਸਮਾਸੀ ਸ਼ਬਦ ਤੇ ਉਤਪੰਨ ਸ਼ਬਦ ਕੀ ਹੁੰਦੇ ਨੇ। ਤਾਂ ਸਮਾਸੀ ਸ਼ਬਦ, ਸਭ ਤੋਂ ਪਹਿਲਾਂ ਅਸੀਂ ਸਮਾਸੀ ਸ਼ਬਦਾਂ ਬਾਰੇ ਗੱਲ ਕਰਦੇ ਹਾਂ। ਜਿਹੜੇ ਸ਼ਬਦ ਦੋ ਤੋਂ ਵਧੇਕ ਮੂਲ ਸ਼ਬਦਾਂ ਦੇ ਜੋੜ ਤੋਂ ਬਣੇ ਹੋਣ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਸਮਾਸੀ ਸ਼ਬਦ। ਜਿਵੇਂ ਹਸਮੁਖ, ਹਸ ਤੇ ਮੁਖ ਯਾਨੀ ਕਿ ਹਸਮੁਖ। ਹਸ ਤੇ ਮੁਖ ਜੋੜ ਨਹੀਂ ਪਾ ਕੇ ਅਸੀਂ ਇਹਨਾਂ ਨੂੰ ਲਿਖ ਲਾਂਗੇ ਹਸਮੁਖ। ਠੀਕ ਹੈ। ਮਿੱਠ ਬੋਲਾ। ਸਮਾਸੀ ਸ਼ਬਦ ਕੇਵਲ ਨਾਵਾਂ, ਪੜਨਾਵਾਂ, ਵਿਸ਼ੇਸ਼ਣਾਂ, ਕਾਰਦੰਤਕਾਂ ਅਤੇ ਕਿਰਿਆ ਵਿਸ਼ੇਸ਼ਣਾਂ ਦੇ ਮੇਲ ਤੋਂ ਹੀ ਬਣਦੇ ਹਨ। ਤਾਂ ਹੁਣ ਅੱਗੇ ਕੀ ਹੈ ਆਪਣੇ ਕੋਲ? ਸਮਾਸੀ ਸ਼ਬਦਾਂ ਦੇ ਬਾਰੇ ਹੀ ਹੈ। ਸਮਾਸੀ ਸ਼ਬਦ ਬਣਾਉਣ ਵੇਲੇ ਉਸ ਵਿੱਚੋਂ ਸੰਬੰਧਕ ਅਤੇ ਯੋਜਕ ਉੱਡ ਜਾਂਦੇ ਹਨ ਅਤੇ ਸ਼ਬਦ ਨੂੰ ਜੋੜਨੀ ਨਾਲ ਜੋੜ ਦਿੱਤਾ ਜਾਂਦਾ ਹੈ। ਜਿਵੇਂ ਕਈ ਵਾਰ ਕਿ ਜਿਹੜੇ ਸ਼ਬਦ ਦੇ ਵਿੱਚ ਅਸੀਂ ਜੋੜਨੀ ਯੂਜ਼ ਕਰਦੇ ਹਾਂ, ਇਹ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ। ਕਈ ਵਾਰ ਬਹੁਤ ਸਾਰੇ ਸ਼ਬਦਾਂ ਦੀ ਵਿੱਚ ਦੱਸੀ ਜਾਣੀ ਵਾਲੀ ਗੱਲ ਇੱਕੋ ਸ਼ਬਦ ਰਾਹੀਂ ਪ੍ਰਗਟ ਕੀਤੀ ਜਾਂਦੀ ਹੈ। ਜਿਵੇਂ ਹਰ ਇੱਕ ਨੂੰ ਪਿਆਰਾ ਲੱਗਣ ਵਾਲਾ ਕੀ ਹੁੰਦਾ ਹੈ? ਹਰਮਨ ਪਿਆਰਾ। ਜਿਹੜਾ ਚੁਗਲੀ ਕਰਦਾ ਹੈ ਉਹ ਕੀ ਹੁੰਦਾ ਹੈ? ਚੁਗਲਖੋਰ। ਤਾਂ ਹੁਣ ਆਪਾਂ ਇਹਨੂੰ ਜੋੜਨੀ ਦੇ ਨਾਲ ਆਪਾਂ ਡਿਫਾਈਨ ਕਰ ਦਿੰਦੇ ਹਾਂ। ਤਾਂ ਚੁਗਲਖੋਰ ਦੇ ਵਿੱਚ ਅਸੀਂ ਕੀ ਲਿਖਿਆ? ਚੁਗਲ ਲਿਖ ਕੇ ਤੇ ਵਿੱਚ ਜੋੜਨੀ ਪਾਈ ਤੇ ਫਿਰ ਉਸ ਤੋਂ ਬਾਅਦ ਅਸੀਂ ਖੋਰ ਯੂਜ਼ ਕੀਤਾ, ਹੈ ਨਾ। ਤਾਂ ਚੁਗਲਖੋਰ। ਤਾਂ ਇਸ ਤਰ੍ਹਾਂ ਹੀ ਅੱਗੇ ਸਾਡੇ ਕੋਲ ਮੈਨੂੰ ਲੱਗਦਾ ਕਿ ਤੁਹਾਨੂੰ ਸਮਾਸੀ ਸ਼ਬਦ ਜਿਹੜੇ ਉਹ ਸਮਝ ਆ ਗਏ ਹੋਣਗੇ। ਹੁਣ ਉਤਪੰਨ ਸ਼ਬਦ ਕਿਹੜੇ ਹੁੰਦੇ ਨੇ? ਉਤਪੰਨ ਸ਼ਬਦਾਂ ਬਾਰੇ ਆਪਾਂ ਡਿਸਕਸ ਕਰਦੇ ਹਾਂ। ਉਤਪੰਨ ਸ਼ਬਦ ਹੁੰਦੇ ਨੇ ਜਿਹੜੇ ਮੂਲ ਸ਼ਬਦਾਂ ਨਾਲ ਸ਼ਬਦੰਸ਼ ਦੇ ਵਿੱਚ ਦੇ ਤੌਰ ਤੇ ਮੁੱਢ ਜਾਂ ਅਗੇਤਰ, ਜਾਂ ਤਾਂ ਅਸੀਂ ਅੱਗੇ ਲਾ ਦਈਏ ਕੋਈ ਸ਼ਬਦ, ਜਾਂ ਅੰਤ ਜਾਂ ਪਿਛੇਤਰ, ਦੋਵੇਂ ਅਗੇਤਰ ਜਾਂ ਪਿਛੇਤਰ ਲਗਾ ਕੇ ਵੀ ਅਸੀਂ ਰਚਿਤ ਸ਼ਬਦ ਬਣਾ ਸਕਦੇ ਹਾਂ। ਜਿਵੇਂ ਰੋਗ ਤੋਂ ਅਸੀਂ ਐੜਾ ਅਗੇਤਰ ਲਗਾ ਕੇ ਕੀ ਬਣਾ ਦਿੱਤਾ? ਅਰੋਗ। ਰੋਗ ਤੋਂ ਅਸੀਂ ਅਰੋਗਤਾ ਬਣਾਤਾ, ਇਹਦੇ 'ਚ ਅਗੇਤਰ ਵੀ ਲਾਤਾ ਤੇ ਪਿਛੇਤਰ ਵੀ ਲਗਾਤਾ। ਪੁੱਤ ਤੋਂ ਅਸੀਂ ਸੁਪੁੱਤ ਬਣਾ ਦਿੱਤਾ। ਪੁੱਤ ਤੋਂ ਅਸੀਂ ਕਪੁੱਤ ਵੀ ਬਣਾ ਸਕਦੇ ਹਾਂ। ਤਾਂ ਜਿਹੜੇ ਸ਼ਬਦ ਅਸੀਂ ਅਗੇਤਰ ਜਾਂ ਪਿਛੇਤਰ ਲਗਾ ਕੇ ਬਣਾ ਲੈਂਦੇ ਹਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਉਤਪੰਨ ਸ਼ਬਦ। ਤਾਂ ਆਈ ਥਿੰਕ ਰਚਿਤ ਸ਼ਬਦਾਂ ਦੀ ਜਿਹੜੀ ਦੋ ਭਾਗਾਂ ਦੇ ਵਿੱਚ ਕੈਟਾਗਰਾਈਜ਼ ਕੀਤਾ ਉਹਨਾਂ ਨੂੰ, ਸਮਾਸੀ ਸ਼ਬਦ ਤੇ ਉਤਪੰਨ ਸ਼ਬਦ, ਇਹ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਹੁਣ ਆਪਾਂ ਅਗਲੀ ਵੰਡ ਦੇ ਵੱਲ ਵੱਧਦੇ ਹਾਂ। ਤਾਂ ਪੰਜਾਬੀ ਬੋਲੀ ਵਿੱਚ ਉਤਪਤੀ ਦੇ ਆਧਾਰ ਦੇ ਉੱਤੇ ਸ਼ਬਦਾਂ ਦੀ ਵੰਡ ਕਿਹੜੀ ਹੈ? ਪੰਜਾਬੀ ਬੋਲੀ ਵਿੱਚ ਉਤਪਤੀ ਦੇ ਆਧਾਰ ਤੇ ਸ਼ਬਦਾਂ ਦੀ ਵੰਡ। ਨੰਬਰ 1 ਮੌਲਿਕ ਸ਼ਬਦ, ਨੰਬਰ 2 ਤਤਸਮ ਸ਼ਬਦ, ਨੰਬਰ 3 ਤਦਭਵ ਸ਼ਬਦ ਤੇ ਨੰਬਰ 4 ਵਿਦੇਸ਼ੀ ਸ਼ਬਦ। ਇਹ ਸ਼ਬਦ ਜਿਹੜੇ 4 ਪ੍ਰਕਾਰ ਦੇ ਸਾਡੇ ਕੋਲ ਸ਼ਬਦ ਨੇ। ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਬਾਰੇ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਕਿ ਮੌਲਿਕ ਜਾਂ ਦੇਸੀ ਸ਼ਬਦ ਕਿਹੜੇ ਹੁੰਦੇ ਨੇ। ਕਹਿੰਦੇ ਸ਼ਬਦ ਰੂਪ ਜੋ ਕਿਸੇ ਕਾਰ ਵਿਹਾਰ ਅਤੇ ਸੱਭਿਆਚਾਰ ਨਾਲ ਸੰਬੰਧਿਤ ਹੋਣ। ਹੁਣ ਜਿਹੜੇ ਸੱਭਿਆਚਾਰ ਦੇ ਸਾਡੇ ਪੰਜਾਬੀ ਸੱਭਿਆਚਾਰ ਦੇ ਖੁਦ ਆਪਣੇ ਸ਼ਬਦ ਹੈਗੇ ਨੇ ਉਹਨਾਂ ਨੂੰ ਅਸੀਂ ਮੌਲਿਕ ਜਾਂ ਦੇਸੀ ਸ਼ਬਦ ਕਹਾਂਗੇ। ਜਿਵੇਂ ਦਾਤਰੀ, ਮੰਜੀ, ਰਾਹ, ਕੜਾਹ, ਮੰਗਣਾ, ਦਰ, ਘਰ ਆਦਿ। ਇਹ ਸਾਡੇ ਮੌਲਿਕ ਸ਼ਬਦ ਨੇ, ਸਾਡੀ ਪੰਜਾਬੀ ਭਾਸ਼ਾ ਦੇ ਦੇਸੀ ਸ਼ਬਦ ਨੇ। ਹੁਣ ਅਸੀਂ ਕਰਦੇ ਹਾਂ ਤਤਸਮ ਸ਼ਬਦਾਂ ਬਾਰੇ ਗੱਲ। ਤਤਸਮ ਸ਼ਬਦ ਕਿਹੜੇ ਹੁੰਦੇ ਨੇ? ਕਹਿੰਦੇ ਉਹ ਸ਼ਬਦ ਜਿਹੜੇ ਦੂਜੀਆਂ ਭਾਸ਼ਾਵਾਂ ਵਿੱਚੋਂ ਲਏ ਗਏ ਹਨ ਪਰੰਤੂ ਇਹਨਾਂ ਦਾ ਮੂਲ ਭਾਸ਼ਾ ਵਾਲਾ ਮੁੱਢਲਾ ਸਰੂਪ ਪੰਜਾਬੀ ਬੋਲੀ ਵਿੱਚ ਅਪਣਾਏ ਜਾਣ ਮਗਰੋਂ ਵੀ ਨਹੀਂ ਬਦਲਦਾ। ਮਤਲਬ ਜਿਉਂ ਦੇ ਤਿਉਂ ਹੀ ਅਸੀਂ ਰੱਖ ਲਏ।
ਅਸੀਂ ਕਿਸੇ ਹੋਰ ਭਾਸ਼ਾ ਤੋਂ ਸ਼ਬਦ ਲਏ ਆ, ਉਹਨਾਂ ਵਿੱਚ ਅਸੀਂ ਕੋਈ ਪਰਿਵਰਤਨ ਨਹੀਂ ਕੀਤਾ, ਸਿੱਧੇ ਅਸੀਂ ਪੰਜਾਬੀ ਦੇ ਵਿੱਚ ਉਦਾਂ ਹੀ ਯੂਜ਼ ਕਰ ਲਏ, ਤਾਂ ਉਹਨਾਂ ਨੂੰ ਤਤਸਮ ਸ਼ਬਦ ਬੋਲਦੇ ਆ, ਯਾਨੀ ਕਿ ਉਹਨਾਂ ਦੇ ਰੂਪ ਵਿੱਚ ਅਸੀਂ ਕੋਈ ਪਰਿਵਰਤਨ ਨਹੀਂ ਕੀਤਾ। ਜਿਵੇਂ ਸਮੁੰਦਰ, ਪਤੀ, ਚਸ਼ਮੇ, ਇਹ ਫਾਰਸੀ ਤੋਂ ਕਰੀਬ, ਕਰੀਮ, ਹੁਕਮ, ਰਜਾਈ, ਮਸਤਕ, ਇਹ ਸਾਰੇ ਸ਼ਬਦ ਅਸੀਂ ਇੱਦਾਂ ਹੀ ਦੂਸਰੀਆਂ ਭਾਸ਼ਾਵਾਂ ਤੋਂ ਲਏ ਆ ਤੇ ਅਸੀਂ ਉਹਨਾਂ ਨੂੰ ਆਪਣੀ ਪੰਜਾਬੀ ਭਾਸ਼ਾ ਵਿੱਚ ਯੂਜ਼ ਕਰ ਰਹੇ ਹਾਂ। ਉਸ ਤੋਂ ਅੱਗੇ ਦੇਖੋ ਤਦਭਵ ਸ਼ਬਦ। ਤਦਭਵ ਸ਼ਬਦ ਕਿਹੜੇ ਹੁੰਦੇ ਨੇ? ਉਹ ਸ਼ਬਦ ਜਿਨ੍ਹਾਂ ਦਾ ਹੋਰ ਬੋਲੀਆਂ ਵਿੱਚੋਂ ਅਪਣਾਏ ਜਾਣ ਮਗਰੋਂ ਮੁੱਢਲਾ ਸਰੂਪ ਹੈ ਜਿਹੜਾ ਉਹ ਬਦਲ ਗਿਆ ਹੈ ਜਾਂ ਤਬਦੀਲੀ ਆ ਗਈ ਉਹਦੇ 'ਚ। ਜਿਵੇਂ ਜੀਭਵਾ, ਜੀਭਵਾ ਤੋਂ ਅਸੀਂ ਕੀ ਬਣਾ ਲਿਆ? ਜੀਭ ਬਣਾ ਲਿਆ। ਦੂਧ ਤੋਂ ਅਸੀਂ ਕੀ ਬਣਾ ਲਿਆ? ਦੁੱਧ। ਇਸ਼ਨਾਨ ਤੋਂ ਅਸੀਂ ਕੀ ਬਣਾ ਲਿਆ? ਇਸ਼ਨਾਨ। ਕੋਇਲ ਤੋਂ ਅਸੀਂ ਕੀ ਬਣਾ ਲਿਆ? ਕੋਕਿਲ। ਭਗਤ ਤੋਂ ਭਗਤੀ। ਆਦਿ ਸ਼ਬਦ ਸੰਸਕ੍ਰਿਤ ਭਾਸ਼ਾ ਵਿੱਚੋਂ ਪੰਜਾਬੀ ਵਿੱਚ ਅਪਣਾਏ ਤਦਭਵ ਸ਼ਬਦ ਨੇ। ਇਹ ਅਸੀਂ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸੀਗੇ ਜਿਨ੍ਹਾਂ ਨੂੰ ਅਸੀਂ ਆਪਣੇ ਅਕੋਰਡਿੰਗ ਥੋੜਾ ਜਿਹਾ ਮੋਡੀਫਾਈ ਕਰ ਲਿਆ। ਜਿਵੇਂ ਜੀਭਵਾ ਤੋਂ ਅਸੀਂ ਜੀਭ ਬਣਾ ਲਿਆ, ਦੂਧ ਤੋਂ ਅਸੀਂ ਦੁੱਧ ਬਣਾ ਲਿਆ। ਤਾਂ ਇਹਨਾਂ ਦਾ ਜਿਹੜਾ ਮੂਲ ਸਰੂਪ ਸੀ ਉਹਦੇ ਵਿੱਚ ਅਸੀਂ ਕੀ ਕੀਤਾ? ਚੇਂਜ ਕਰ ਲਈ, ਤਬਦੀਲੀ ਆ ਗਈ। ਤਾਂ ਜਿਹੜੇ ਜਿਉਂ ਦੇ ਤਿਉਂ ਦੂਜੀਆਂ ਭਾਸ਼ਾਵਾਂ ਵਿੱਚੋਂ ਅਸੀਂ ਆਪਣੀ ਭਾਸ਼ਾ ਦੇ ਵਿੱਚ ਪੰਜਾਬੀ ਭਾਸ਼ਾ 'ਚ ਅਸੀਂ ਸ਼ਬਦ ਵਰਤਦੇ ਹਾਂ ਉਹਨਾਂ ਨੂੰ ਤਾਂ ਅਸੀਂ ਤਤਸਮ ਸ਼ਬਦ ਬੋਲਦੇ ਹਾਂ। ਤਾਂ ਜਿਹੜੇ ਅਸੀਂ ਚੇਂਜ ਕਰ ਲਿਆ ਆਪਣੇ ਅਕੋਰਡਿੰਗ ਉਹਨਾਂ ਨੂੰ ਅਸੀਂ ਤਦਭਵ ਸ਼ਬਦ ਬੋਲਦੇ ਹਾਂ। ਅੱਗੇ ਆਪਣੇ ਕੋਲ ਨੰਬਰ 4 ਤੇ ਹੈ ਵਿਦੇਸ਼ੀ ਸ਼ਬਦ। ਜਿਹੜੇ ਸ਼ਬਦ ਦੂਸਰੀ ਭਾਸ਼ਾ ਤੋਂ ਆਏ ਹਨ, ਜਿਵੇਂ ਕਾਰ, ਪੈਨ, ਪੈਨਸਿਲ, ਤਾਂ ਇਹਨਾਂ ਨੂੰ ਅਸੀਂ ਵਿਦੇਸ਼ੀ ਸ਼ਬਦ ਬੋਲਦੇ ਹਾਂ। ਇਹ ਖਾਸ ਕਰਕੇ ਨਾ ਕੁਝ ਅੰਗਰੇਜ਼ੀ ਸ਼ਬਦ ਨੇ ਜਿਨ੍ਹਾਂ ਨੂੰ ਅਸੀਂ ਐਜ਼ ਇਟ ਇਜ਼ ਯੂਜ਼ ਕਰ ਲੈਂਦੇ ਹਾਂ ਪੰਜਾਬੀ ਦੇ ਵਿੱਚ। ਤਾਂ ਹੁਣ ਉਸ ਤੋਂ ਬਾਅਦ ਅੱਗੇ ਕੀ ਹੈ ਆਪਣੇ ਕੋਲ? ਅੱਗੇ ਜਿਹੜੀ ਵੰਡ ਹੈ ਉਹ ਰੂਪਾਂਤਰ ਦੇ ਆਧਾਰ ਤੇ, ਯਾਨੀ ਕਿ ਪ੍ਰਯੋਗ ਦੇ ਆਧਾਰ ਤੇ ਸ਼ਬਦ ਵੰਡ ਦੇ ਵਿੱਚ ਜਿਹੜੇ ਸੀਗੇ ਵਿਕਾਰੀ ਤੇ ਅਵਿਕਾਰੀ ਸ਼ਬਦ, ਦੋ ਤਰ੍ਹਾਂ ਦੇ ਸ਼ਬਦ ਹੁੰਦੇ ਸਾਡੇ ਕੋਲ। ਵਿਕਾਰੀ ਸ਼ਬਦ ਉਹ ਹੁੰਦੇ ਨੇ, ਇਹਦੀ ਡੈਫੀਨੇਸ਼ਨ ਪੜ੍ਹਦੇ ਹਾਂ ਆਪਾਂ, ਉਹ ਸ਼ਬਦ ਜਿਨ੍ਹਾਂ ਵਿੱਚ ਲਿੰਗ, ਵਚਨ ਜਾਂ ਪੁਰਖ ਦੇ ਆਧਾਰ ਤੇ ਵਰਤੇ ਅਨੁਸਾਰ ਵਿਕਾਰ ਆ ਜਾਂਦੇ ਨੇ, ਭਾਵ ਕਿ ਕੋਈ ਤਬਦੀਲੀ ਆ ਜਾਂਦੀ ਹੈ, ਉਹ ਵਿਕਾਰੀ ਸ਼ਬਦ ਅਖਵਾਉਂਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਚੇਂਜ ਆ ਜੇ। ਜਿਵੇਂ ਨਾਮ, ਵਿਸ਼ੇਸ਼ਣ, ਪੜਨਾਮ ਤੇ ਕਿਰਿਆ। ਇਹ ਚਾਰ ਸ਼ਬਦ ਨੇ ਸਾਡੇ ਕੋਲ ਵਿਕਾਰੀ ਸ਼ਬਦ, ਯਾਨੀ ਕਿ ਨਾਮ, ਪੜਨਾਮ, ਚਾਰ ਸ਼ਬਦ ਨਾਮ, ਪੜਨਾਮ, ਵਿਸ਼ੇਸ਼ਣ ਤੇ ਕਿਰਿਆ, ਇਹ ਚਾਰ ਸਾਡੇ ਕੋਲ ਵਿਕਾਰੀ ਸ਼ਬਦ ਨੇ। ਠੀਕ ਹੈ। ਜਦੋਂ ਅਸੀਂ ਇਹਨਾਂ ਦਾ ਯੂਜ਼ ਕਰਦੇ ਨਾ, ਮਤਲਬ ਜਿੱਦਾਂ ਪ੍ਰਭਾਵ ਪੈਂਦਾ ਸਾਡੇ ਸੈਂਟੈਂਸ ਦੇ ਉੱਪਰ, ਆਪਾਂ ਦੇਖਦੇ ਹਾਂ ਜਿਵੇਂ ਮੁੰਡਾ ਖੇਡਦਾ ਹੈ, ਕੁੜੀ ਖੇਡਦੀ ਹੈ, ਤਾਂ ਤੁਸੀਂ ਦੇਖੋ ਪ੍ਰਭਾਵ ਪੈ ਗਿਆ। ਕਿਰਿਆ ਸੀ ਜਿਹੜੀ ਉਹਦਾ ਰੂਪ ਬਦਲ ਗਿਆ, ਖੇਡਦਾ ਤੋਂ ਖੇਡਦੀ ਬਣ ਗਈ, ਕਿਉਂਕਿ ਲਿੰਗ ਦਾ ਪ੍ਰਭਾਵ ਸਾਡੇ ਉੱਤੇ ਪੈ ਗਿਆ। ਤਾਂ ਜਿਹੜੇ ਸ਼ਬਦਾਂ ਦੇ ਉੱਪਰ ਪ੍ਰਭਾਵ ਪੈ ਜਾਂਦਾ ਇਸ ਤਰ੍ਹਾਂ, ਉਹਦਾ ਰੂਪ ਥੋੜਾ ਜਿਹਾ ਚੇਂਜ ਹੋ ਜਾਂਦਾ, ਉਹ ਵਿਕਾਰੀ ਸ਼ਬਦ ਹੁੰਦੇ ਆ, ਯਾਨੀ ਕਿ ਜਿਨ੍ਹਾਂ ਵਿੱਚ ਵਿਕਾਰ ਪੈਦਾ ਹੋ ਜਾਂਦੇ ਨੇ ਉਹਨਾਂ ਨੂੰ ਅਸੀਂ ਵਿਕਾਰੀ ਸ਼ਬਦ ਕਹਿੰਦੇ ਆ। ਵਿਕਾਰੀ ਸ਼ਬਦ ਦੀ ਡੈਫੀਨੇਸ਼ਨ ਆਪਾਂ ਹੁਣੇ ਕਰ ਚੁੱਕੇ ਹਾਂ। ਉਸ ਤੋਂ ਬਾਅਦ ਅਵਿਕਾਰੀ ਸ਼ਬਦ। ਅਵਿਕਾਰੀ ਸ਼ਬਦ ਕਿਹੜੇ ਹੁੰਦੇ ਨੇ? ਜਿਨ੍ਹਾਂ ਸ਼ਬਦਾਂ ਵਿੱਚ ਕਿਸੇ ਪ੍ਰਕਾਰ ਦੀ ਤਬਦੀਲੀ ਨਾ ਆ ਸਕਦੀ ਹੋਵੇ ਉਹਨਾਂ ਨੂੰ ਅਵਿਕਾਰੀ ਸ਼ਬਦ ਕਹਿੰਦੇ ਆ। ਜਿਵੇਂ ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਕ, ਇਹ ਸਾਰੇ ਕੀ ਨੇ? ਇਹ ਅਵਿਕਾਰੀ ਸ਼ਬਦ ਨੇ। ਜਿਵੇਂ ਤੇਜ ਦੌੜਦਾ ਤੇ ਤੇਜ ਦੌੜਦੀ। ਤੁਸੀਂ ਦੇਖੋ ਇਹ ਸ਼ਬਦ ਆਪਾਂ ਇੱਕ ਮੁੰਡੇ ਵਾਸਤੇ ਯੂਜ਼ ਕੀਤਾ ਸੀ, ਇਹ ਆਪਾਂ ਇੱਕ ਕੁੜੀ ਵਾਸਤੇ ਯੂਜ਼ ਕੀਤਾ, ਪਰ ਲਿੰਗ ਦੇ ਨਾਲ ਸਾਡੇ ਕਿਰਿਆ ਵਿਸ਼ੇਸ਼ਣ ਉੱਪਰ ਕੋਈ ਪ੍ਰਭਾਵ ਨਹੀਂ ਪਿਆ, ਤੇਜ਼ ਦਾ ਤੇਜ਼ ਹੀ ਰਿਹਾ। ਤਾਂ ਜਿਹੜੇ ਸ਼ਬਦਾਂ ਦੇ ਉੱਪਰ ਲਿੰਗ, ਵਚਨ ਆਦਿ ਨਾਲ ਕੋਈ ਪ੍ਰਭਾਵ ਪੈ ਜਾਂਦਾ ਉਹ ਵਿਕਾਰੀ ਸ਼ਬਦ ਹੁੰਦੇ ਨੇ, ਜਿਨ੍ਹਾਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਉਹ ਅਵਿਕਾਰੀ ਸ਼ਬਦ ਹੁੰਦੇ ਨੇ। ਤਾਂ ਤੁਸੀਂ ਇਹ ਯਾਦ ਰੱਖਣਾ ਸਾਥੀਓ ਕਿ ਜਿਹੜੇ ਵਿਕਾਰੀ ਸ਼ਬਦ ਨੇ ਉਹ ਚਾਰ ਹੁੰਦੇ ਨੇ। ਉਹ ਕਿਹੜੇ ਕਿਹੜੇ ਨੇ ਆਪਾਂ ਫਿਰ ਡਿਸਕਸ ਕਰਦੇ ਹਾਂ। ਨਾਮ, ਪੜਨਾਮ, ਵਿਸ਼ੇਸ਼ਣ ਤੇ ਕਿਰਿਆ, ਚਾਰ ਵਿਕਾਰੀ ਸ਼ਬਦ ਹੁੰਦੇ ਨੇ। ਤੇ ਜਿਹੜੇ ਬਾਕੀ ਚਾਰ ਨੇ ਸਾਡੇ ਕੋਲ ਅਵਿਕਾਰੀ ਸ਼ਬਦ ਹੁੰਦੇ ਨੇ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਕ। ਆਈ ਥਿੰਕ ਤੁਹਾਨੂੰ ਇਸ ਤੱਕ ਕਲੀਅਰ ਹੋ ਗਿਆ ਹੋਊਗਾ। ਉਸ ਤੋਂ ਬਾਅਦ ਅੱਗੇ ਜਿਹੜੀ ਫਰਦਰ ਇੱਕ ਪਾਰਟ ਆਪਾਂ ਹੋਰ ਬਣਾਵਾਂਗੇ ਇਸ ਵੀਡੀਓ ਦਾ, ਉਹਦੇ ਵਿੱਚ ਅੱਗੇ ਆਪਾਂ ਵਿਕਾਰੀ ਤੇ ਅਵਿਕਾਰੀ ਸ਼ਬਦਾਂ ਦੇ ਬਾਰੇ ਅੱਗੇ ਡਿਟੇਲ ਦੇ ਵਿੱਚ ਚਰਚਾ ਕਰਾਂਗੇ। ਤਾਂ ਹੁਣ ਆਪਾਂ ਆਈ ਥਿੰਕ ਇੱਕ ਕੁਇਕ ਰਿਵੀਜ਼ਨ ਲਗਾ ਲੈਂਦੇ ਹਾਂ। ਉਸ ਤੋਂ ਬਾਅਦ ਆਪਾਂ ਇਸ ਚੈਪਟਰ ਨੂੰ ਵਾਈਂਡ ਅਪ ਤਾਂ ਨਹੀਂ ਕਹਿ ਸਕਦੇ ਆਪਾਂ ਕਿ ਹਜੇ ਆਪਣਾ ਚੈਪਟਰ ਜਿਹੜਾ ਇਹ ਰਹਿੰਦਾ ਹੈ। ਤਾਂ ਸ਼ਬਦ ਦੀ ਜਿਹੜੀ ਸੁਤੰਤਰ ਇਕਾਈ ਹੈ ਸਭ ਤੋਂ ਛੋਟੀ, ਉਹ ਕੀ ਹੈ? ਸ਼ਬਦ ਹੈ, ਭਾਸ਼ਾ ਦੀ ਸਭ ਤੋਂ ਛੋਟੀ ਸੁਤੰਤਰ ਇਕਾਈ। ਤਾਂ ਇਹਨਾਂ ਨੂੰ ਅੱਗੇ ਆਪਾਂ ਜਿਹੜੇ ਸ਼ਬਦ ਨੇ ਉਹ ਸਾਡੇ ਕੋਲ ਦੋ ਪ੍ਰਕਾਰ ਦੇ ਨੇ ਅਰਥ ਪੱਖੋਂ। ਕਿਹੜੇ ਕਿਹੜੇ? ਸਾਰਥਕ ਤੇ ਨਿਰਾਰਥਕ। ਉਸ ਤੋਂ ਬਾਅਦ ਅਸੀਂ ਜੇ ਅੱਗੇ ਚਰਚਾ ਕਰੀਏ
ਸਾਰਥਕ ਸ਼ਬਦ ਕਿਹੜੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਆਪਣਾ ਅਰਥ ਹੁੰਦਾ, ਨਿਰਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਆਪਣਾ ਅਰਥ ਨਹੀਂ ਹੁੰਦਾ। ਵਿਉਂਤਪਤੀ ਦੇ ਆਧਾਰ ਦੇ ਉੱਤੇ ਅਸੀਂ ਸ਼ਬਦ ਕੀਤੇ ਸੀਗੇ ਮੂਲ ਸ਼ਬਦ ਤੇ ਰਚਿਤ ਸ਼ਬਦ। ਮੂਲ ਸ਼ਬਦ ਜਿਹੜੇ ਸਾਡੇ ਸੱਭਿਆਚਾਰ ਦੇ ਵਿੱਚ ਸਾਨੂੰ ਸ਼ਬਦ ਮਿਲਦੇ, ਕਿਸੇ ਵੀ ਭਾਸ਼ਾ ਦੇ ਜਿਹੜੇ ਮੂਲ ਸ਼ਬਦ ਨੇ ਉਹ ਕਿਸੇ ਹੋਰ ਸ਼ਬਦ ਤੋਂ ਨਹੀਂ ਬਣਦੇ, ਉਹ ਮੂਲ ਸ਼ਬਦ ਅਖਵਾਉਂਦੇ ਨੇ। ਉਸ ਤੋਂ ਬਾਅਦ ਸਾਡੇ ਕੋਲ ਰਚਿਤ ਸ਼ਬਦ ਸੀਗੇ ਤੇ ਰਚਿਤ ਸ਼ਬਦ ਨੂੰ ਅਸੀਂ ਅੱਗੇ ਕੈਟਾਗਰਾਈਜ਼ ਕੀਤਾ ਸੀਗਾ ਦੋ ਸ਼ਬਦਾਂ ਦੇ ਵਿੱਚ, ਸਮਾਸੀ ਸ਼ਬਦ ਤੇ ਉਤਪੰਨ ਸ਼ਬਦ। ਇਸ ਤੋਂ ਬਾਅਦ ਅਸੀਂ ਸਮਾਸੀ ਸ਼ਬਦਾਂ ਬਾਰੇ ਵੀ ਗੱਲਬਾਤ ਕਰ ਚੁੱਕੇ ਹਾਂ ਕਿ ਸਮਾਸੀ ਸ਼ਬਦ ਅਸੀਂ ਜੋੜਨੀ ਦੇ ਨਾਲ ਉਹਨਾਂ ਨੂੰ ਡਿਫਾਈਨ ਕਰਦੇ ਹਾਂ। ਰਚਿਤ ਜਿਹੜੇ ਸ਼ਬਦਾਂ ਦੇ ਵਿੱਚ ਇੱਕ ਸਾਡੀ ਅਗਲੀ ਕੈਟਾਗਰੀ ਆ ਉਤਪੰਨ ਸ਼ਬਦ, ਉਹ ਅਸੀਂ ਅਗੇਤਰ ਜਾਂ ਪਛੇਤਰ ਲਗਾ ਕੇ ਅਸੀਂ ਬਣਾਉਂਦੇ ਹਾਂ। ਤਾਂ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਸੀ ਪੰਜਾਬੀ ਬੋਲੀ ਵਿੱਚ ਉਤਪਤੀ ਦੇ ਆਧਾਰ ਦੇ ਉੱਤੇ ਜਿਹੜੇ ਸ਼ਬਦ ਨੇ ਉਹ 4 ਪ੍ਰਕਾਰ ਦੇ ਨੇ ਸਾਡੇ ਕੋਲ, ਕਿਹੜੇ? ਮੌਲਿਕ ਸ਼ਬਦ, ਤਤਸਮ ਸ਼ਬਦ ਔਰ ਨਾਲ ਦੀ ਨਾਲ ਸਾਡੇ ਕੋਲ ਕਿਹੜੇ? ਇੱਕ ਤਦਭਵ ਸ਼ਬਦ ਔਰ ਵਿਦੇਸ਼ੀ ਸ਼ਬਦ। ਇਸ ਤੋਂ ਬਾਅਦ ਆਪਣਾ ਰੂਪਾਂਤਰ ਦੇ ਆਧਾਰ ਤੇ ਜਾਂ ਪ੍ਰਯੋਗ ਦੇ ਆਧਾਰ ਦੇ ਉੱਤੇ ਵਿਕਾਰੀ ਸ਼ਬਦ ਤੇ ਅਵਿਕਾਰੀ ਸ਼ਬਦ। ਤਾਂ ਜਿਹੜੀ ਬਾਕੀ ਵਿਕਾਰੀ ਤੇ ਅਵਿਕਾਰੀ ਸ਼ਬਦਾਂ ਦੇ ਬਾਰੇ ਡਿਟੇਲ ਹੈ ਉਹ ਅਸੀਂ ਕੱਲ ਡਿਸਕਸ ਕਰਾਂਗੇ। ਤਾਂ ਜਿਹੜੇ ਸਾਥੀ ਆਪਣੇ ਚੈਨਲ ਦੇ ਉੱਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ। ਥੈਂਕ ਯੂ ਵੈਰੀ ਮਚ ਸਾਥੀਓ।